ਆਹ ਜਿਹੜਾ ਕਤਲ ਹੋਇਆ ਕੱਲੀ ਕਲਿਆਣੀ ਨੇ ਨਹੀਂ ਕੀਤਾ, ਉਹਦੀ ਸਾਰੀ ਫੈਮਿਲੀ ਇਨਵੋਲਡ ਹੈ। ਰੀਸੈਂਟਲੀ ਉੱਤੇ ਵੀ ਸਾਰਿਆਂ ਨੂੰ ਮਿਲ ਕੇ ਆਏ ਹਾਂ, ਚੀਫ ਜਸਟਿਸ ਆਫ ਇੰਡੀਆ ਨੂੰ ਵੀ ਮਿਲ ਕੇ ਆਏ ਹਾਂ, ਚੰਦਰਚੂੜ ਜੀ ਨੂੰ ਵੀ ਮਿਲ ਕੇ, ਸਾਰਿਆਂ ਨੂੰ ਮਿਲ ਕੇ ਆਏ ਹਾਂ। ਸੋ ਅਸੀਂ ਬਸ ਆਹੀ ਕਹਿ ਰਹੇ ਹਾਂ ਕਿ ਸਾਡਾ ਫੇਅਰ ਟਰਾਇਲ ਹੋਵੇ। ਕਿਆ ਫੇਅਰ ਟਰਾਇਲ ਹੋਣਾ ਚਾਹੀਦਾ, ਫੇਅਰ ਸਾਰਾ ਕੁਝ ਹੋਣਾ ਚਾਹੀਦਾ। ਕੀ ਲੱਗਦਾ ਕੋਈ ਪ੍ਰੈਸ਼ਰ ਬਿਲਡ ਕਰ ਰਿਹਾ, ਪਿੱਛੋਂ ਕੌਣ ਕਰ ਰਿਹਾ? ਆਮ ਕੋਈ ਥਾਣੇਦਾਰ ਦੀ ਕੁੜੀ ਮਾਨ ਨਹੀਂ ਹੁੰਦੀ, ਇਹਦੀ ਮਦਰ ਚੀਫ ਜਸਟਿਸ ਹੈ, ਉਹ ਵੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ। ਉਹ ਆ ਜੱਜਸ ਦੀ ਕੀ ਮਜਾਲ ਕਿ ਚੀਫ ਜਸਟਿਸ ਦੀ ਕੁੜੀ ਨੂੰ ਪਰਸਨਲੀ ਮੇਰੇ ਕੋਲ ਆ ਕੇ ਆਈਜੀ ਤੱਕ ਨੇ ਸਭ ਨੇ ਕਿਹਾ ਵੀ ਉਹੀ ਲੜਕੀ ਹੈ, ਬਸ ਸਾਡੇ ਹੱਥ ਬੰਨੇ ਹੋਏ ਆ। ਤੁਸੀਂ ਦੱਸ ਰਹੇ ਸੀਗੇ ਵੀ ਤੁਹਾਨੂੰ ਵੀ ਪਹਿਲਾਂ ਧਮਕੀਆਂ ਦੇ ਕੇ ਜਾਂਦੇ ਰਹੇ ਨੇ, ਸਾਰਾ ਕੁਝ ਕਰਦੇ ਰਹੇ ਨੇ। ਜੇ ਜਿੱਪੀ ਨੂੰ ਕੁਝ ਹੋ ਜਾਂਦਾ ਨਾ, ਇਹਦੀ ਪੂਰੀ ਜਸਟਿਸ ਸਬੀਨਾ ਜ਼ਿੰਮੇਵਾਰ ਆ। ਉਹਦਾ ਬ੍ਰਦਰ ਹੈਗਾ, ਮੈਨੂੰ ਉਹਦੇ ਤੇ ਪੂਰਾ ਹੈਗਾ ਵੀ ਉਹਦੇ ਆਪਣੀ ਭੈਣ ਦੇ ਨਾਲ ਲੱਗਦਾ ਵੀ ਤੁਹਾਡੇ ਤੇ ਹਮਲਾ ਕਰਾ ਸਕਦੇ ਨੇ। If anything happens to me, my mother, then Justice Sabina, her family, her daughter Kalyani, her husband Advocate Parminder Singh, all her brother Vikas Singh, all will be responsible for this. ਤੁਸੀਂ ਸੋਚੋ, ਸਭ ਦੇ ਬੱਚੇ ਆ, ਬੱਚੇ ਮਰਵਾਉਣ ਵਾਸਤੇ ਤਾਂ ਨਹੀਂ ਰੱਖੇ ਹੁੰਦੇ। ਤੁਹਾਡੇ ਬੱਚੇ ਨੂੰ ਕੋਈ, ਇਹਦੀ ਕੁੜੀ ਨੂੰ, ਇਹਦੇ ਮੁੰਡੇ ਨੂੰ ਕੋਈ ਗਾਲ ਕੱਢ ਜੇ, ਕਿਸੇ ਜੱਜ ਦੇ ਬੈਠੇ ਨੂੰ ਗਾਲ ਕੱਢ ਜੇ, ਉਹ ਕੀ ਕਰਨਗੇ? ਤੇ ਮੇਰਾ ਤਾਂ ਮੁੰਡਾ 4 ਗੋਲੀਆਂ ਮਾਰ ਕੇ ਮਾਰਿਆ। 20 ਸਤੰਬਰ 2015 ਨੂੰ ਐਡਵੋਕੇਟ ਤੇ ਨੈਸ਼ਨਲ ਲੈਵਲ ਦੇ ਸ਼ੂਟਰ ਸੀਗੇ ਜਿਹੜੇ ਸਿੱਪੀ ਸਿੱਧੂ, ਉਹਨਾਂ ਦਾ 27 ਸੈਕਟਰ ਦੇ ਵਿੱਚ ਕਤਲ ਹੋ ਜਾਂਦਾ ਹੈ, ਜਿਸ ਤੋਂ ਬਾਅਦ CBI ਕੋਲ ਉਹਨਾਂ ਦਾ ਕੇਸ ਜਾਂਦਾ ਹੈ ਤੇ ਤਕਰੀਬਨ 7 ਸਾਲ ਬਾਅਦ ਜਿਹੜੀ ਮਰਡਰਰ ਸੀਗੀ ਕਲਿਆਣੀ, ਉਸ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ। 3 ਮਹੀਨੇ ਦੀ ਕਸਟਡੀ ਦੇ ਵਿੱਚ ਭੇਜਿਆ ਜਾਂਦਾ। ਪਰ ਜਿਹੜਾ ਚਲਾਨ ਹੈ ਉਹ CBI ਵੱਲੋਂ ਪੇਸ਼ ਕਰਦੀ ਸਾਰ ਦੂਸਰੇ ਦਿਨ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ। ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈ। ਇਹ ਕੇਸ ਦੇ ਵਿੱਚ ਨਵੀਂ ਡਿਵੈਲਪਮੈਂਟ ਕੀ ਆਈ ਹੈ? ਸਭ ਤੋਂ ਪਹਿਲਾਂ ਜੀ ਤੁਹਾਡਾ ਪ੍ਰੋ ਪੰਜਾਬ TV ਦਾ ਬਹੁਤ-ਬਹੁਤ ਧੰਨਵਾਦ ਜੀ, ਤੁਸੀਂ ਪਹੁੰਚੇ। ਨਵੀਂ ਡਿਵੈਲਪਮੈਂਟ ਆ ਹੋਈ ਹੈ ਜੀ, ਮੈਂ ਤੁਹਾਨੂੰ ਬਰੀਫਲੀ ਕੇਸ ਦੇ ਰਿਗਾਰਡਿੰਗ ਦੱਸਣਾ ਚਾਹੁੰਦਾ। ਮੇਰੇ ਵੱਡੇ ਭਾਈ ਸਾਹਿਬ ਸੀਗੇ ਜੀ ਸਿੱਪੀ ਸਿੱਧੂ। 20 ਸਤੰਬਰ 2015 ਨੂੰ ਉਹਨਾਂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਐਂਡ ਫਰੋਮ ਦ ਡੇ 1, ਮੈਂ ਦੁਬਾਰਾ ਆਹ ਗੱਲਾਂ ਰਿਪੀਟ ਕਰ ਰਿਹਾ, ਫਰੋਮ ਦ ਡੇ 1 ਵੀ ਆਰ ਸੇਇੰਗ ਦੈਟ ਦ ਹੋਲ ਫੈਮਿਲੀ ਆਫ ਜਸਟਿਸ ਸਬੀਨਾ, her husband Advocate Parminder Singh and Kalyani, they are involved in this. ਚਲੋ ਮੈਂ ਬਾਹਲੀਆਂ ਲੰਬੀਆਂ ਚੌੜੀਆਂ ਗੱਲਾਂ 'ਚ ਨਹੀਂ ਜਾਂਦਾ। ਰੀਸੈਂਟਲੀ ਜਿਹੜੀ ਡਿਵੈਲਪਮੈਂਟ ਹੋਈ ਹੈ, ਅਸੀਂ ਉਸ ਤੋਂ ਬਾਅਦ ਬਹੁਤ ਜਦੋਜਹਿਦ ਕੀਤੀ। ਉਸ ਤੋਂ ਬਾਅਦ CBI ਨੂੰ ਆਹ ਗਵਰਨਰ ਸਾਹਿਬ ਟ੍ਰਾਂਸਫਰ ਕਰ ਦਿੰਦੇ ਹੈ ਕੇਸ। ਪਿਛਲੇ ਸਾਲ 15 ਜੂਨ 2022 ਨੂੰ CBI, ਪਹਿਲਾਂ ਦੇਖੋ ਚੰਡੀਗੜ੍ਹ ਪੁਲਿਸ ਦੇ ਕੋਲੇ ਸੀਗਾ ਕੇਸ। ਚੰਡੀਗੜ੍ਹ ਪੁਲਿਸ ਨੇ ਬਹੁਤ ਸਾਡੇ ਨਾਲ ਬਹੁਤ ਹੀ ਬੇਇਨਸਾਫੀ ਕੀਤੀ, ਬਿਕੋਜ਼ ਅਗਲੇ ਅਸੀਂ ਤਾਂ ਉਸ ਦਿਨ ਹੀ ਦੱਸਤਾ ਸੀਗਾ ਕਿ ਆਹ ਕੁੜੀ ਇਨਵੋਲਡ ਹੈ ਮਰਡਰ ਵਾਸਤੇ। ਚੰਡੀਗੜ੍ਹ ਪੁਲਿਸ ਨੇ ਕੁਛ ਨਹੀਂ ਕੀਤਾ। CBI ਅਰੈਸਟ ਕਰ ਲੈਂਦੀ ਹੈ ਪਿਛਲੇ ਸਾਲ 15 ਜੂਨ 2022 ਨੂੰ। 3 ਮਹੀਨੇ ਆਹ ਅੰਦਰ ਲਾ ਕੇ ਆਉਂਦੀ ਹੈ ਕੁੜੀ। ਐਂਡ ਭਾਜੀ ਯੂ ਵੋਂਟ ਬਲੀਵ ਇਟ, 302 ਦਾ ਮਾਮਲਾ ਹੋਵੇ, ਇਹਨੂੰ 3 ਮਹੀਨਿਆਂ ਤੋਂ ਪਹਿਲਾਂ ਜ਼ਮਾਨਤ ਦੇ ਦਿੰਦੇ ਆ। ਹੁਣ ਜਿਹੜੀ ਲੇਟੈਸਟ ਡਿਵੈਲਪਮੈਂਟ ਆ ਹੋਈ ਹੈ ਜੀ, ਅਸੀਂ ਰੀਸੈਂਟਲੀ ਆਹ ਪਰਸੋਂ ਸੁਪਰੀਮ ਕੋਰਟ CBI, ਉਹ ਇਹਨਾਂ ਦੇ ਆਰਡਰ ਦੇ ਬੇਲ ਦੇ ਵਿਰੁੱਧ ਫॉर ਦ ਕੈਂਸਲੇਸ਼ਨ ਆਫ ਬੇਲ, ਦ CBI ਹੈਜ਼ ਮੂਵਡ ਦ ਸੁਪਰੀਮ ਕੋਰਟ ਐਂਡ ਅਲੋਂਗ ਵਿਦ ਦੈਮ ਅਸੀਂ ਵੀ ਸੁਪਰੀਮ ਕੋਰਟ ਮੂਵ ਕੀਤੇ ਹੈ। ਹਾਂਜੀ। ਤਾਂ ਕੀ ਲੱਗਦਾ ਹੁਣ ਇਹ ਕੇਸ ਕਿੱਧਰਲੇ ਪਾਸੇ ਨੂੰ ਜਾਊਗਾ, ਜਾਂ ਕੀ ਤੁਸੀਂ ਕੀ ਚਾਹੁੰਦੇ ਹੋ? ਭਾਜੀ ਦੇਖੋ, ਸਾਰਿਆਂ ਨੂੰ ਪਤਾ ਹੈ, ਚੰਡੀਗੜ੍ਹ 'ਚ ਤਾਂ ਸਾਰਿਆਂ ਨੂੰ ਪਤਾ ਹੈ। ਭਾਜੀ ਇੱਕ ਤਾਂ ਮੈਂ ਤੁਹਾਡੇ ਚੈਨਲ ਦੇ ਥਰੂ ਆਹ ਗੱਲ ਸਾਰਿਆਂ ਨੂੰ ਪਲੀਜ਼ ਦੁਬਾਰਾ ਰਿਕੁਐਸਟ ਕਰਨਾ ਚਾਹੁੰਦਾ, ਬਿਕੋਜ਼ ਦੇਖੋ ਭਾਜੀ, ਯੂ ਆਰ ਦ 4th ਪਿਲਰ ਆਫ ਦ ਡੈਮੋਕ੍ਰੇਸੀ। ਤੁਹਾਡੀ ਬਹੁਤ ਸਾਨੂੰ ਲੋੜ ਹੈ। ਦੇਖੋ ਜੁਡੀਸ਼ਰੀ, ਇਸ ਜਿਹੜਾ ਕਤਲ ਹੋਇਆ ਹੈ ਨਾ, ਬਿਕੋਜ਼ ਮੇਰੇ ਵੀ ਗ੍ਰੈਂਡਫਾਦਰ ਹੀ ਵਾਜ਼ ਅ ਹਾਈ ਕੋਰਟ ਜੱਜ, ਫਾਦਰ ਸਾਹਿਬ ਵਾਜ਼ ਆਲਸੋ ਇਨ ਦ AG ਆਫਿਸ, ਸਾਡੀ ਵੀ ਜੁਡੀਸ਼ੀਅਲ ਫੈਮਿਲੀ ਹੈ। ਆਹ ਜਿਹੜਾ ਕਤਲ ਹੋਇਆ ਕੱਲੀ ਕਲਿਆਣੀ ਨੇ ਨਹੀਂ ਕੀਤਾ, ਉਹਦੀ ਸਾਰੀ ਫੈਮਿਲੀ ਇਨਵੋਲਡ ਹੈ। ਸੋ ਆਹ ਜੁਡੀਸ਼ਰੀ, ਮੈਂ ਆਏ ਨਹੀਂ ਕਹਿੰਦਾ ਕਿ ਸਾਰੀ ਜੁਡੀਸ਼ਰੀ ਗਲਤ ਹੈ, ਲੋਕ ਚੰਗੇ ਵੀ ਬਹੁਤ ਪਏ ਹੈ, ਬਟ ਆਹ ਸੋਚੀ ਸਮਝੀ ਸਾਜ਼ਿਸ਼ ਕਰਕੇ ਇਹਨਾਂ ਨੇ ਕਤਲ ਕੀਤਾ ਹੈ। ਸੋ ਅਸੀਂ ਪਲੀਜ਼ ਸਾਰੇ, ਬਿਕੋਜ਼ ਹੁਣ ਆ ਥੱਲੇ ਟਰਾਇਲ ਚੱਲ ਰਿਹਾ ਕੇਸ ਦਾ, ਸੋ ਵੀ ਨੀਡ ਯੋਰ ਸਪੋਰਟ ਐਂਡ ਵੀ ਨੀਡ ਦ ਸਪੋਰਟ ਆਫ ਆਲ ਦ ਗੁੱਡ ਪੀਪਲ ਲਾਈਕ ਯੂ, ਮੀਡੀਆ ਵਾਲੇ ਐਂਡ ਐਡਵੋਕੇਟਸ ਦਾ ਵੀ, ਕਿ ਪਲੀਜ਼ ਡੂ ਸਟੈਂਡ ਬਾਈ ਅਸ। ਮੈਂ ਆਪਦਾ ਭਰਾ ਖੋਇਆ ਜੀ, ਮੇਰੇ ਮਾਤਾ ਜੀ ਨੇ ਆਪਦਾ ਪੁੱਤ ਖੋਇਆ, ਤੇ ਸਾਨੂੰ ਤੁਹਾਡੀ ਸਾਰਿਆਂ ਦੀ ਬਹੁਤ ਸਪੋਰਟ ਦੀ ਲੋੜ ਹੈ। ਹਾਂਜੀ। ਤਾਂ ਇਸ ਕੇਸ ਦੀ ਜੇ ਮੈਂ ਪੁੱਛਾਂ, ਕੋਰਟ ਦੇ ਵਿੱਚ ਕਿੱਥੇ ਕੇਸ ਚੱਲ ਰਿਹਾ ਇਹ, ਕੀ ਕੁਝ ਇਹਦੇ ਵਿੱਚ ਜਿਹੜਾ ਲੜੀਂਦਾ ਹੈਗਾ, ਜਾਂ ਕਿਹੜੇ ਬੰਦੇ ਇਹਦੇ ਵਿੱਚ ਪੇਸ਼ ਹੋ ਚੁੱਕੇ ਨੇ, ਜਾਂ ਹੋਣ ਦੀ ਲੋੜ ਆ ਹਜੇ? ਕੋਰਟ ਦੇ ਵਿੱਚ ਕੀ ਕਿਹਾ ਜਾ ਰਿਹਾ? ਨਹੀਂ ਭਾਜੀ, ਹਜੇ ਚਾਰਜਸ ਫਰੇਮ ਨਹੀਂ ਹੋਏ। ਥੱਲੇ ਲੋਅਰ ਕੋਰਟ 'ਚ ਇੱਥੇ 43 ਸੈਕਟਰ ਵਾਲੀ ਕੋਰਟ ਚੱਲ ਰਿਹਾ ਆ, ਤੇ ਹਜੇ ਮੈਜਿਸਟ੍ਰੇਟ ਸਾਹਿਬ ਨੇ ਕਮਿਟ ਕੀਤਾ ਟਰਾਇਲ ਸੈਸ਼ਨਸ ਨੂੰ
ਤੇ ਹਜੇ ਤਾਂ ਫਿਰ ਹੁਣ ਜਿਹੜੀ ਨੈਕਸਟ ਪ੍ਰੋਸੀਡਿੰਗਸ ਹੈ ਚਾਰजेस ਫਰੇਮ ਹੋਣਗੇ। ਐਂਡ ਮੈਂ ਬਾਕੀ ਇੱਕ ਹੋਰ ਗੱਲ ਕਰਨਾ ਚਾਹੁੰਦਾ ਬਿਕੋਜ਼ ਦੇਖੋ ਜੀ ਜਿਹੜੀ ਆਹ ਕਲਿਆਣੀ ਦੀ ਮਦਰ ਹੈ ਜਸਟਿਸ ਸਬੀਨਾ, ਸ਼ੀ ਇਜ਼ ਦ ਚੀਫ ਜਸਟਿਸ ਆਫ ਹਿਮਾਚਲ ਪ੍ਰਦੇਸ਼ ਹਾਈ ਕੋਰਟ ਐਂਡ ਯੂ ਆਲ ਨੋ ਦੈਟ ਚੀਫ ਜਸਟਿਸ ਇਜ਼ ਨਾਟ ਅ ਸਮਾਲ ਥਿੰਗ। ਜੁਡੀਸ਼ਰੀ ਦੇਖੋ ਆ ਜਿਨ੍ਹਾਂ ਦੇ ਥੱਲੇ ਕੇਸ ਚੱਲ ਰਿਹਾ ਹੈ ਇਹਨਾਂ ਦੇ ਤਾਂ ਹੈੱਡ ਹੈ ਨਾ ਉਹ। ਸੋ ਅਸੀਂ ਰੀਸੈਂਟਲੀ ਉੱਤੇ ਵੀ ਸਾਰਿਆਂ ਨੂੰ ਮਿਲ ਕੇ ਆਏ ਹਾਂ, ਚੀਫ ਜਸਟਿਸ ਆਫ ਇੰਡੀਆ ਨੂੰ ਵੀ ਮਿਲ ਕੇ ਆਏ ਹਾਂ, ਚੰਦਰਚੂੜ ਜੀ ਨੂੰ ਵੀ ਮਿਲ ਕੇ, ਸਾਰਿਆਂ ਨੂੰ ਮਿਲ ਕੇ ਆਏ ਹਾਂ। ਸੋ ਅਸੀਂ ਬਸ ਆਹੀ ਕਹਿ ਰਹੇ ਹਾਂ ਕਿ ਸਾਡਾ ਫੇਅਰ ਟਰਾਇਲ ਹੋਵੇ। ਦੇਖੋ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਜੀ। ਹੁਣ ਇਹਨਾਂ ਨੇ, ਤੁਸੀਂ ਮੰਨੋਗੇ ਨਹੀਂ, ਅੱਜ ਵੀ ਹਾਈ ਕੋਰਟ 'ਚ ਤਰੀਕ ਸੀਗੀ। ਹਾਈ ਕੋਰਟ 'ਚ ਇਹਨਾਂ ਨੇ ਵਾਟ ਦੇ ਆਰ ਡੂਇੰਗ ਇਜ਼ ਦੇ ਆਰ ਜਸਟ ਟਰਾਈਂਗ ਟੂ, ਅਸੀਂ ਇੱਕ ਐਪਲੀਕੇਸ਼ਨ ਤੋਂ ਬਾਅਦ ਇੱਕ ਐਪਲੀਕੇਸ਼ਨ ਲਾਈ ਜਾਂਦੇ ਆ, ਤੁਸੀਂ ਸਮਝ ਗਏ ਨਾ। ਦੇ ਆਰ ਜਸਟ ਟਰਾਈਂਗ ਟੂ ਇਨਫਲੂਐਂਸ ਦਾ ਟਰਾਇਲ ਕੋਰਟ। ਜਿਹੜੀ ਗੱਲ ਹੈ ਅੱਜ ਵੀ ਕੋਈ ਲਾਈ ਸੀਗੀ ਇਹਨਾਂ ਨੇ ਫॉर द ਸਟੇ ਆਫ ਪ੍ਰੋਸੀਡਿੰਗਸ, ਕਹਿੰਦੇ ਸਾਨੂੰ ਕੋਈ ਡਾਕੂਮੈਂਟਸ ਨਹੀਂ ਮਿਲੇ। ਉਹ ਤਾਂ ਸਾਨੂੰ ਵੀ ਪਤਾ ਹੈ ਜੀ, ਜਾਣ ਕੇ ਆਹ ਬਸ ਡਿਲੇ ਕਰਨਾ ਚਾਹੁੰਦੀ ਹੈ ਪ੍ਰੋਸੈਸ ਨੂੰ। ਹਾਂਜੀ, ਤੁਸੀਂ ਕਿਹਾ ਫੇਅਰ ਟਰਾਇਲ ਹੋਣਾ ਚਾਹੀਦਾ ਹੈ, ਫੇਅਰ ਸਾਰਾ ਕੁਝ ਹੋਣਾ ਚਾਹੀਦਾ। ਕੀ ਲੱਗਦਾ ਕੋਈ ਪ੍ਰੈਸ਼ਰ ਬਿਲਡ ਕਰ ਰਿਹਾ ਪਿੱਛੋਂ, ਕੌਣ ਕਰ ਰਿਹਾ? ਦੇਖੋ ਭਾਜੀ ਆ ਤਾਂ ਭਾਜੀ ਆਪਾਂ ਵੀ ਹਿੰਦੁਸਤਾਨ 'ਚ ਰਹਿਣੇ ਹੈ, ਵੀ ਆਲਸੋ ਨੋ, ਸਾਡਾ ਵੀ, ਮੈਂ ਵੀ ਖੁਦ ਵੀ ਐਡਵੋਕੇਟ ਹੈ। ਆ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਜੀ ਕਿ ਆਮ ਕੋਈ ਥਾਣੇਦਾਰ ਦੀ ਕੁੜੀ ਮਾਨ ਨਹੀਂ ਹੁੰਦੀ। ਇਹਦੀ ਮਦਰ ਚੀਫ ਜਸਟਿਸ ਹੈ, ਉਹ ਵੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ। ਤੇ ਸਭ ਤੋਂ ਪਹਿਲਾਂ ਤਾਂ ਚਲੋ ਸ਼ੀ ਇਜ਼ ਰਿਟਾਇਰਿੰਗ ਨੈਕਸਟ ਮੰਥ, ਚਲੋ ਹੋਪਫੁਲੀ, ਬਟ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਜੀ। ਉਹ ਆ ਜੱਜਸ ਦੀ ਕੀ ਮਜਾਲ ਕਿ ਚੀਫ ਜਸਟਿਸ ਦੀ ਕੁੜੀ ਨੂੰ, ਐਂਡ ਵੀ ਆਰ ਨਾਟ ਸੇਇੰਗ, ਮੈਂ ਆਈ ਐਮ ਰਿਪੀਟਿੰਗ ਇਟ ਅਗੇਨ, ਵੀ ਆਰ ਨਾਟ ਸੇਇੰਗ ਦੈਟ ਓਨਲੀ ਕਲਿਆਣੀ ਇਜ਼ ਇਨਵੋਲਵਡ, ਇਹਦੀ ਮਦਰ ਵੀ ਇਨਵੋਲਵਡ ਹੈ। ਭਾਜੀ ਮੇਰੇ ਕੋਲੇ ਸਾਰਾ ਔਨ ਰਿਕਾਰਡ ਮੈਂ ਗੱਲ ਕਰ ਰਿਹਾ, ਜੇ ਤੁਸੀਂ ਚਾਰਜਸ਼ੀਟ ਪੜ੍ਹੋਗੇ ਨਾ, ਸ਼ੀ ਫਾਇਰਡ ਦ 2 ਗਨ ਸ਼ਾਟਸ ਕਲਿਆਣੀ। ਐਂਡ ਤੁਸੀਂ ਮੰਨੋਗੇ ਨਹੀਂ, ਕਲਿਆਣੀ ਦੀ ਮਦਰ ਜਸਟਿਸ ਸਬੀਨਾ ਦੇ ਸਾਡੇ ਕੋਲੇ ਮੈਸੇजेस ਪਏ ਹੈ, ਕਲਿਆਣੀ ਨੂੰ ਕਹਿ ਰਹੀ ਹੈ ਬੈਸਟ ਆਫ ਲੱਕ ਔਨ ਦ ਡੇ ਆਫ ਦ ਮਰਡਰ। ਮੈਨੂੰ ਤਾਂ ਆਏ ਨਹੀਂ ਸਮਝ ਆਉਂਦੀ ਕਿ ਆਹ ਜਿਹੜੇ ਜੱਜ ਸਾਹਿਬ ਨੇ ਇੱਥੇ ਜ਼ਮਾਨਤ ਦਿੱਤੀ ਹੈ, ਐਂਡ ਜ਼ਮਾਨਤ ਕਿਵੇਂ ਦੇਤੀ, ਐਂਡ ਉਹ ਤਾਂ ਸਾਨੂੰ ਵੀ ਪਤਾ ਹੀ ਜ਼ਮਾਨਤ ਕਿਵੇਂ ਦਿੱਤੀ ਹੈ, ਬਿਕੋਜ਼ ਉਹ ਜਿਹੜੇ ਜੱਜ ਸਾਹਿਬ ਨੇ ਜ਼ਮਾਨਤ ਦਿੱਤੀ ਸੀਗੀ, ਹੀ ਵਾਜ਼ ਦ ਜੂਨੀਅਰ ਟੂ ਜਸਟਿਸ ਸਬੀਨਾ, ਹੀ ਆਲਸੋ ਹੇਲਡ ਫਰੋਮ ਹਿਮਾਚਲ ਪ੍ਰਦੇਸ਼। ਸੋ ਦੈਟ ਵਾਜ਼ ਦ ਰੀਜ਼ਨ। ਬਟ ਜਿਵੇਂ ਮੈਂ ਪਹਿਲਾਂ ਆਖਿਆ ਕਿ ਸਾਰੇ ਇੱਕ ਬਰਾਬਰ ਨਹੀਂ ਹੁੰਦੇ, ਲੋਕ ਚੰਗੇ ਵੀ ਬਹੁਤ ਪਏ ਆ। ਅਸੀਂ ਹੁਣ ਉੱਤੇ ਮਿਲ ਕੇ ਆਏ ਹਾਂ। ਐਂਡ ਜਿਹੜੀ ਹੁਣ ਲੇਟੈਸਟ ਡਿਵੈਲਪਮੈਂਟ ਆ ਹੈ ਜੀ ਕਿ CBI ਇਹਦੇ ਵਿਰੁੱਧ ਸੁਪਰੀਮ ਕੋਰਟ 'ਚ ਗਈ ਹੈ। ਐਂਡ ਸਾਡੇ RS ਬੈਂਸ ਸਾਹਿਬ ਹੈਗੇ ਆ, ਰਾਜਵਿੰਦਰ ਸਿੰਘ ਬੈਂਸ, ਹੀ ਇਜ਼ ਪਰਸੂਇੰਗ ਇਟ, ਹੀ ਇਜ਼ ਅ ਹਿਊਮਨ ਰਾਈਟਸ ਲਾਇਰ। ਐਂਡ ਉੱਤੇ ਵੀ ਸਾਡੇ ਬਹੁਤ ਹੀ ਸੀਨੀਅਰ ਕਾਉਂਸਲ ਕਰ ਰਹੇ ਆ ਆਹ ਕੇਸ, ਤੇ ਹੋਪਫੁਲੀ ਸਾਨੂੰ ਜਸਟਿਸ ਮਿਲੂਗਾ। ਜ਼ਮਾਨਤ ਜਿਹੜੀ ਮਿਲੀ ਆ ਉਸ ਨੂੰ ਚੈਲੰਜ ਕਰ ਰਹੇ ਹੋ ਤੁਸੀਂ ਸੁਪਰੀਮ ਕੋਰਟ ਦੇ ਵਿੱਚ, ਤਾਂ ਕੀ ਲੱਗਦਾ ਉੱਥੇ ਫੇਅਰ ਹੋਊਗਾ ਸਾਰਾ ਕੁਝ? ਹੋਪਫੁਲੀ ਭਾਜੀ, ਹੋਪਫੁਲੀ। ਦੇਖੋ CBI ਇਹਨਾਂ ਨੇ ਐਕਚੁਅਲੀ, ਪਤਾ ਹੈ ਤੁਸੀਂ ਜਿਹੜੇ ਆਰਡਰ ਪੜ੍ਹੋਗੇ ਨਾ, ਆਰਡਰ 'ਚ ਇੱਕ ਤਾਂ ਹੁੰਦਾ ਕਿ ਸਿੱਧੀ ਜ਼ਮਾਨਤ ਦੇ ਦਿੰਦੀ ਹੈ। ਇਹਨਾਂ ਨੇ ਕੀ ਕੀਤਾ ਹੈ ਕਿ ਕੱਲੀ ਜ਼ਮਾਨਤ ਨਹੀਂ ਦਿੱਤੀ, ਇਹਨਾਂ ਨੇ 49 ਪੇਜਮੈਂਟ ਦੀ ਜੱਜਮੈਂਟ ਕੀਤੀ ਹੈ। ਐਂਡ ਉਸ 'ਚ ਇਹਨਾਂ ਨੇ ਪਤਾ ਕੀ ਆਖਿਆ, ਵਾਟ ਦੇ ਹੈਵ ਮੈਂਸ਼ਨਡ ਇਜ਼ ਕਿ ਮੈਂ ਤੇ ਮੇਰੇ ਮਾਤਾ ਜੀ ਇਨਫਲੂਐਂਸ ਕਰ ਰਹੇ ਹਾਂ CBI ਨੂੰ। ਮੈਂ ਹੁਣ ਤੁਹਾਡੇ ਚੈਨਲ ਥਰੂ ਪੁੱਛਣਾ ਚਾਹੁੰਦਾ, ਮਾਈ ਗ੍ਰੈਂਡਫਾਦਰ ਵਾਜ਼ ਅ ਹਾਈ ਕੋਰਟ ਜੱਜ 40 years back. How can we, I and my mother, can influence the CBI? CBI is the premier investigating agency of India. ਸਾਡੀ ਕੀ ਮਜਾਲ, ਸਾਡੀ ਕੀ ਔਕਾਤ, ਮੈਂ ਚਲੋ ਵਰਡ ਆ ਗਲਤ ਯੂਜ਼ ਕਰ ਰਿਹਾ, ਮੈਂ ਕਿਹਾ ਸਾਡੀ ਕੀ ਮਜਾਲ ਕਿ ਅਸੀਂ CBI ਨੂੰ ਇਨਫਲੂਐਂਸ ਕਰ ਦਾਂਗੇ। CBI ਤੋਂ ਸਾਰੇ ਮੰਤਰੀ ਸਾਰੇ ਡਰਦੇ ਹੈ। ਐਂਡ ਇਹਨਾਂ ਨੇ ਆਖਿਆ ਕਿ ਮਦਰ ਤੇ ਮੈਂ ਇਨਫਲੂਐਂਸ ਕਰ ਰਹੀ ਹਾਂ CBI ਨੂੰ। ਸੋ ਆ ਬੜੀ ਹੀ ਹਾਸੀਜਨਕ ਗੱਲ ਹੈ ਕਿ ਅਸੀਂ CBI ਨੂੰ ਕਿਵੇਂ ਇਨਫਲੂਐਂਸ ਕਰ ਸਕਦੇ ਹਾਂ। ਮੈਂ ਤਾਂ ਕਹਿੰਦਾ ਮਤਲਬ ਕਿ CBI ਨੇ ਬੜਾ ਵਧੀਆ ਕੰਮ ਕੀਤਾ ਕਿ ਜਿਹੜਾ ਅਸੀਂ ਤਾਂ ਦੇਖੋ ਫਰੋਮ ਦ ਡੇ 1 20 ਸਤੰਬਰ ਨੂੰ ਕਤਲ ਹੋਇਆ, ਅਸੀਂ ਰਾਤ ਨੂੰ ਉਸ ਦਿਨ ਹੀ ਕਹਿਤਾ ਸੀਗਾ, ਅਗਲੇ ਦਿਨ ਇਹਨੂੰ ਅਰੈਸਟ ਕਰ ਲੈਂਦੇ, ਅੰਨਾ ਝਮੇਲਾ ਪੈਂਦਾ ਹੀ ਨਾ। ਉਹ ਤਾਂ ਚੰਡੀਗੜ੍ਹ ਪੁਲਿਸ ਵਾਜ਼ ਹੈਂਡ ਐਂਡ ਗਲਵ। ਜਿਹੜੀ ਗੱਲ ਹੈ CBI ਨੇ ਬੜਾ ਵਧੀਆ ਮਿਹਨਤ ਕਰਕੇ ਸਾਰੀ ਇਨਵੈਸਟੀਗੇਸ਼ਨ ਕਰਕੇ ਇਹਨੂੰ ਅਰੈਸਟ ਕੀਤਾ। ਬੜੀ ਅਸੀਂ ਤਾਂ CBI ਨੂੰ ਬੜੀ ਦਾਦ ਦਿੰਦੇ ਹਾਂ ਕਿ ਹਿੰਮਤ ਕੀਤੀ ਉਹਨਾਂ ਨੇ ਕਿ ਚੀਫ ਜਸਟਿਸ ਦੀ ਕੁੜੀ ਨੂੰ ਅਰੈਸਟ ਕੀਤਾ। ਹਾਂਜੀ, ਅੱਛਾ, CBI ਤੇ ਬਲੇਮ ਕਰ ਰਹੇ ਨੇ ਉਹ ਵੀ CBI ਤੁਹਾਡੇ ਇਨਫਲੂਐਂਸ ਦੇ ਵਿੱਚ। ਬਿਲਕੁਲ, ਉਹਨਾਂ ਨੇ ਜਿਹੜੀ ਜੱਜ ਸਾਹਿਬ ਨੇ ਜ਼ਮਾਨਤ ਦਿੱਤੀ ਹੈ ਨਾ ਕਲਿਆਣੀ ਨੂੰ, ਉਸ 'ਚ ਐਂ ਲਿਖਿਆ ਕਿ CBI ਸਾਡੇ ਇਨਫਲੂਐਂਸ 'ਚ। ਸੋ CBI ਵੀ ਉਹਦੇ ਵਿਰੁੱਧ ਹੀ ਗਈ ਹੈ ਹੁਣ ਸੁਪਰੀਮ ਕੋਰਟ 'ਚ। ਕਹਿੰਦੇ ਉਹ ਤਾਂ ਉਹਨਾਂ ਨੇ ਤਾਂ ਆਪਦਾ ਕੰਮ ਕੀਤਾ ਐਂਡ ਦੇ ਹੈਵ ਮੂਵਡ ਦ ਸੁਪਰੀਮ ਕੋਰਟ ਫॉर ਦ ਕੈਂਸਲੇਸ਼ਨ ਆਫ ਬੇਲ। ਐਂਡ ਅਸੀਂ ਵੀ ਨਾਲ ਐਪਲੀਕੇਸ਼ਨ ਲਾਈ ਹੈ ਕਿ ਅਸੀਂ ਵੀ ਉਹਦੇ ਵਿਰੁੱਧ ਗਏ ਹਾਂ ਸੁਪਰੀਮ ਕੋਰਟ। ਹੁਣ ਨੈਕਸਟ ਡੇਟ ਹੈਗੀ ਹੈ 13 ਤਰੀਕ। ਹਾਂਜੀ, 13 ਮਾਰਚ ਦੀ। ਹਾਂਜੀ, ਤਾਂ ਮਾਤਾ ਜੀ ਨੈਕਸਟ ਡੇਟ ਆ ਜਿਹੜੀ 13 ਮਾਰਚ ਦੀ ਪਾਈ ਗਈ ਆ, ਉਹਨਾਂ ਦਾ ਕਹਿਣਾ ਕਿ ਤੁਹਾਡੇ ਇਨਫਲੂਐਂਸ ਦੇ ਵਿੱਚ ਆ CBI, ਕੀ ਕਹੋਗੇ? ਬੇਟੇ ਤੁਸੀਂ ਆਪ ਹੀ ਸੋਚੋ ਵੀ ਸਾਡੇ ਕਿਵੇਂ ਉਹ ਸਾਡੇ ਅੰਡਰ ਹੈਗੀ ਹੈ CBI, ਮੈਂ ਕੀ ਲੱਗੀ ਹਾਂ। ਸੋਚਣ ਵਾਲੀ ਗੱਲ ਹੈ ਨਾ। ਉਹ ਤਾਂ ਕੱਲ ਨੂੰ ਹੁਣ ਮੈਂ ਸੋਚ ਰਹੀ ਹਾਂ, ਜਿਵੇਂ ਅਸੀਂ ਕਹਿੰਦੇ ਹਾਂ ਵੀ ਪੁਲਿਸ ਵਾਲਿਆਂ ਨੇ ਨਹੀਂ ਫੜੀ ਕਲਿਆਣੀ, ਕਿਵੇਂ ਫੜ ਸਕਦੇ ਸੀ ਉਹ? ਜੇ CBI ਤੇ ਦੋਸ਼ ਲਾਉਂਦੇ ਪੁਲਿਸ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਕਢਾ ਦਿੰਦੀ ਸਬੀਨਾ। ਇਹ ਵੀ ਤਾਂ ਸੋਚਣ ਵਾਲੀ ਗੱਲ ਆ ਨਾ। ਮੈਂ ਕਦੇ ਤਾਂ ਮੈਂ ਸੋਚਦੀ ਹਾਂ ਵੀ ਪੁਲਿਸ ਵਾਲੇ ਵਿਚਾਰੇ ਕਿਵੇਂ ਫੜ ਲੈਂਦੇ। ਉਹਨਾਂ ਦੇ ਜੇ ਦਿਲ ਵੀ ਕਰਦਾ, ਪਰਸਨਲੀ ਮੇਰੇ ਕੋਲ ਆ ਕੇ IG ਤੱਕ ਨੇ ਸਭ ਨੇ ਕਿਹਾ ਵੀ ਉਹੀ ਲੜਕੀ ਹੈ, ਪਰ ਸਾਡੇ ਹੱਥ ਬੰਨੇ ਹੋਏ ਆ।
ਜੇ ਤੁਸੀਂ ਉਹ ਪੁਲਿਸ ਉਹ ਜਾਣ ਵੇਲੇ ਵੀ ਬਿਆਨ ਦੇ ਕੇ ਗਿਆ ਸੀ, ਕਾਨੂੰਨ ਨੇ ਹਮਾਰੇ ਹੱਥ ਬਾਂਧੇ ਹੋਏ ਥੇ। ਇੱਥੇ ਸਮਝਣ ਵਾਲੇ ਬੰਦੇ ਨੂੰ ਸਮਝ ਉਦੋਂ ਹੀ ਆ ਜਾਣੀ ਚਾਹੀਦੀ ਹੈ। ਮੈਂ ਤਾਂ ਇਹ ਸੋਚੀ ਜਾਂਦੀ ਹਾਂ ਕਦੇ ਕਦੇ ਵੀ ਜਦੋਂ ਉਹਨਾਂ ਨੂੰ ਪਤਾ ਸੀ, ਪਹਿਲਾਂ ਤਾਂ ਐ ਸੀ ਵੀ ਅਸੀਂ ਤਾਂ CBI ਨੂੰ ਵੀ ਸ਼ਾਇਦ ਇਨਫਲੂਐਂਸ ਕਰ ਲਾਂਗੇ, ਪੁਲਿਸ ਨੇ ਨਹੀਂ ਕੀਤਾ, ਹੋ CBI ਵੀ ਨਹੀਂ ਕਰੂਗੀ। ਜਦੋਂ ਦੇਖਿਆ CBI ਨੇ ਕਰਤਾ, ਹੁਣ ਉਹ ਜੱਜਾਂ ਦੇ ਉੱਤੇ ਆ ਗਏ ਵੀ ਇਹਦੇ ਉੱਤੇ ਸਟੇ ਲਾ ਦਿਓ। ਫਿਰ ਮੈਂ ਤਾਂ ਇਹ ਸੋਚੀ ਜਾਂਦੀ ਹਾਂ ਵੀ ਇਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਹੈ ਵੀ ਜੇ ਜੱਜਾਂ ਦੇ ਕਿਸੇ ਬੱਚੇ ਤੋਂ ਜਾਂ ਜੱਜ ਆਪ ਕਤਲ ਕਰ ਲੈਂਦੇ ਆ ਨਾ, ਉਹਨਾਂ ਦੇ ਉੱਤੇ ਕੋਈ ਕੇਸ ਨਾ ਕਰੋ, ਕਿਉਂਕਿ ਇਹਨਾਂ ਨੇ ਸਟੇ ਲਵਾ ਲੈਣਾ। ਗੱਲ ਤਾਂ ਇਹੀ ਹੈ ਨਾ। ਫਿਰ ਜੱਜਾਂ ਨੂੰ ਪਰਮਿਸ਼ਨ ਦੇ ਦਿਓ। ਫਿਰ ਸਾਡੇ ਵਰਗਾ 8 ਸਾਲ ਹੋ ਗਏ ਭੌਂਕਦਿਆਂ ਨੂੰ, ਅਸੀਂ ਕਿਉਂ ਫਿਰ ਰਹੇ ਹਾਂ? ਸਾਨੂੰ ਤਾਂ ਨਿਆਂ ਚਾਹੀਦਾ ਬਸ ਹੁਣ। ਤਾਂ ਕੀ ਕਹੋਗੇ, ਤੁਹਾਨੂੰ ਵੀ ਤੁਸੀਂ ਦੱਸ ਰਹੇ ਸੀਗੇ ਵੀ ਤੁਹਾਨੂੰ ਵੀ ਪਹਿਲਾਂ ਧਮਕੀਆਂ ਦੇ ਕੇ ਜਾਂਦੇ ਰਹੇ ਨੇ, ਸਾਰਾ ਕੁਝ ਕਰਦੇ ਰਹੇ ਨੇ? ਬਿਲਕੁਲ, ਮੈਨੂੰ ਤਾਂ ਪਤਾ ਹੈਗਾ। ਸਬੀਨਾ, ਉਹਦਾ ਘਰ ਵਾਲਾ, ਉਹਦੇ ਹਸਬੈਂਡ ਨੇ, ਮੈਂ ਤਾਂ ਪਤਾ ਨਹੀਂ, ਮੈਂ ਤਾਂ ਸਗੋਂ ਸੋਚ ਰਹੀ ਹਾਂ ਵੀ CBI ਨੇ ਕੱਢਿਆ ਕਿਉਂ ਨਹੀਂ। ਮੈਨੂੰ ਤਾਂ ਇਹ ਵੀ ਲੱਗਦਾ ਵੀ ਉਹਦੇ ਡੈਡੀ ਨੇ ਕੀਤਾ ਹੋਣਾ ਨਾਲ। ਉਹਦੇ ਸਬੀਨ ਜਿਹੜਾ ਦੂਜਾ ਬੰਦਾ ਹੈਗਾ, ਤਾਂ ਹੀ ਉਹ ਲੜਕੀ ਨਾਮ ਨਹੀਂ ਲੈ ਰਹੀ। ਉਹ ਜੇ ਉਹਦੇ ਨਾਲ, ਜਦੋਂ ਮੇਰੇ ਨਾਲ ਆਪਣੀ ਬੇਟੀ ਦੇ ਨਾਲ, ਆਪਣੀ ਘਰਵਾਲੀ ਦੇ ਨਾਲ ਇਹਦਾ ਫਾਦਰ ਸਾਡੇ ਘਰ ਆਇਆ ਕਹਿਣ ਵਾਸਤੇ, ਨਾਲ ਕਲਿਆਣੀ ਆਈ ਆ, ਮੇਰਾ ਬੇਟਾ ਇੱਥੇ ਸੀ, ਮੈਂ ਕੋਲੇ ਸਾਹਮਣੇ ਗਵਾਹ ਬੈਠੀ ਆ, ਅਸੀਂ ਬੈਠੇ ਆ, ਸਾਡੇ ਕੋਲੇ ਕਹਿ ਕੇ ਗਿਆ, ਸਿੱਪੀ ਦੇ ਨਾਲ ਲੜ ਕੇ ਗਿਆ, ਮੈਨੂੰ ਉਹ ਫੋਟੋਆਂ ਵਾਲਾ ਮੋਬਾਈਲ ਦਿਖਾ ਕੇ ਗਿਆ ਵੀ ਆਹ ਸਿੱਪੀ ਨੇ ਫੋਟੋ ਭੇਜੀ ਹੈ, ਮੈਨੂੰ ਦੱਸੀ ਆ। ਵੀ ਜੇ ਮੈਂ ਪੁੱਛਣ ਵਾਲੀ ਹੋਵਾਂ ਵੀ ਤੈਨੂੰ ਹੀ ਭੇਜੀ ਹੈ, ਸਿੱਪੀ ਤਾਂ ਚੰਗਾ ਸੀਗਾ ਵੀ ਉਹਨੇ ਤੈਨੂੰ ਭੇਜੀ ਹੈ, ਚਾਹੁੰਦਾ ਤਾਂ ਸਾਰਿਆਂ ਨੂੰ ਹੋਰ ਬਾਕੀਆਂ ਨੂੰ ਭੇਜ ਦਿੰਦਾ। ਜੇ ਉਹਦੀ ਸ਼ਰਾਫਤ ਸੀਗੀ ਵੀ ਉਹਨੇ ਤੇਰੇ ਉਹਦੇ ਬਾਪ ਨੂੰ ਹੀ ਭੇਜੀ ਸੀਗੀ, ਚਾਹੀਦਾ ਤਾਂ ਉਹਨੂੰ ਇਹ ਸੀ ਵੀ ਉਹ ਆਪਣੀ ਕੁੜੀ ਨੂੰ ਮਾਰ ਲੈਂਦਾ, ਉਹਨੇ ਮੇਰਾ ਬੇਟਾ ਕਿਉਂ ਮਾਰਿਆ? ਜੇ ਉਹਦੀ ਜਗ੍ਹਾ ਦੇ ਉੱਤੇ ਮੈਂ ਹੁੰਦੀ ਤੇ ਮੇਰੀ ਕੁੜੀ ਦੀਆਂ ਮੈਨੂੰ ਕਿਸ ਨੇ ਫੋਟੋਆਂ ਦਿਖਾਈਆਂ ਹੁੰਦੀਆਂ, ਮੈਂ ਕਿਸੇ ਦਾ ਪੁੱਤ ਨਹੀਂ ਮਾਰਦੀ ਸੀ, ਮੈਂ ਆਪਣੀ ਕੁੜੀ ਮਾਰਨੀ ਸੀ। ਮੈਂ ਇੱਥੇ ਕਹਿ ਰਹੀ ਹਾਂ, ਮੈਂ ਕੁੜੀ ਸਾਹਮਣੇ ਮਾਰਦੀ ਤੇ ਮੈਂ ਜੇਲ੍ਹ ਕੱਟ ਲੈਂਦੀ। ਉਹਨੇ ਕਿਸੇ ਦਾ ਮੁੰਡਾ ਮਾਰਿਆ, ਜਦ ਕਿ ਆਪ ਮੈਨੂੰ ਫੋਨ 'ਚੋਂ ਉਹਦੇ ਡੈਡੀ ਨੇ ਫੋਟੋਆਂ ਦਿਖਾਈਆਂ ਵੀ ਭੈਣ ਜੀ ਆ ਫੋਟੋਆਂ ਭੇਜੀਆਂ ਸਿੱਪੀ ਨੇ ਮੈਨੂੰ। ਬੜਾ ਫਿਰ ਹੈਗਾ ਤੂੰ, ਬੜਾ ਪਿਓ ਹੈਗਾ, ਦਾੜੀ ਅੱਡੀ ਕੱਢ ਕੇ ਮੇਰੇ ਕੋਲ ਆ ਕੇ ਖੜ ਗਿਆ ਸੀਗਾ। ਗੁੱਸਾ ਤਾਂ ਮੈਨੂੰ ਆ ਰਿਹਾ ਨਾ। ਤੈਨੂੰ ਪਤਾ ਸੀਗਾ ਵੀ ਭਾਈ ਜਿਹੜੀ ਮੇਰੀ ਘਰ ਵਾਲੀ ਜੱਜ ਹੈਗੀ ਆ ਵੀ ਸਾਡਾ ਕਿਸੇ ਨੇ ਵਾਲ ਨਹੀਂ ਵਿੰਗਾ ਕਰਨਾ। ਚਲ ਠੀਕ ਹੈ, ਮੈਂ ਰੱਬ ਨੂੰ ਇੰਨਾ ਕੁ ਮੰਨਦੀ ਹਾਂ ਵੀ ਚੱਲ ਤੂੰ ਇੱਥੇ ਇਹੋ ਜਿਹੀ ਕੁੜੀ ਤੂੰ ਬਚਾ ਲੇਂਗਾ, ਤੂੰ ਆਪ ਕਰ ਲੇਂਗਾ, ਤੇ ਉੱਥੇ ਤੂੰ ਕੀ ਮੂੰਹ ਦਿਖਾਏਂਗਾ? ਤੂੰ ਉੱਥੇ ਰੱਬ ਨੂੰ ਵੀ ਤਾਂ ਮੂੰਹ ਦਿਖਾਉਣਾ ਹੈਗਾ। ਤੈਨੂੰ ਤੇਰੀ ਆਪਣੀ ਜ਼ਮੀਰ ਨਹੀਂ ਤੈਨੂੰ ਕਹਿੰਦੀ? ਮੈਂ ਜ਼ਿੱਪੀ ਨੂੰ ਵੀ ਮੈਂ ਕਹਿ ਰਹੀ ਹਾਂ, ਮੈਂ ਕਿਹਾ ਜ਼ਿੱਪੀ ਜਿਹੜਾ ਦੂਜਾ ਬੰਦਾ ਉਹ ਕਹਿੰਦੇ ਆ ਨਾ ਵੀ ਨਾਲ ਕਲਿਆਣੀ, ਤਾਂ ਹੀ ਉਹ ਨਾਂ ਨਹੀਂ ਲੈ ਰਹੀ, ਉਹਦਾ ਬਾਪ ਹੀ ਆ ਉਹ, ਨਾਲ ਉਹਦਾ ਡੈਡੀ ਆ ਉਹਦੇ, ਜਿਹੜਾ ਉਹਨੇ ਦੂਜੇ ਬੰਦੇ ਨੇ ਕਤਲ ਗੋਲੀਆਂ ਚਲਾਈਆਂ, ਪਿਓ ਧੀ ਇਕੱਠੇ ਗਏ ਆ ਉੱਥੋਂ। ਇਹ ਕਿਸੇ ਪਾਰਟੀ ਦੇ ਵਿੱਚ ਸੀਗੇ, ਉਹ ਪਾਰਟੀ ਵਿੱਚੋਂ ਇਹ ਦੋਨੋਂ ਜਾਣੇ ਇਕੱਠੇ ਨਿਕਲੇ ਆ। ਉੱਥੇ ਪੁੱਛਣਗਾ, ਉਹਨਾਂ ਸਾਰਿਆਂ ਦੇ ਡੰਡੇ ਲਾਏ ਹੁੰਦੇ ਜੇ ਜੱਜ ਦੀ ਕੁੜੀ ਨਾ ਹੁੰਦੀ। ਜਿੰਨੇ ਉਹ ਪਾਰਟੀ ਵਾਲੇ ਬੰਦੇ ਸੀਗੇ, ਇੱਕ ਤਾਂ ਇਹਦੀ ਸਬੀਨਾ ਦੀ ਮਾਸੀ ਸੀ, ਸਬੀਨਾ ਦਾ ਮਾਸੜ ਸੀ, ਉਹਨਾਂ ਦੇ ਬੱਚੇ ਸੀਗੇ ਜਿਹੜੇ ਘਰ ਪਾਰਟੀ ਹੋਈ ਆ, ਉਹਨਾਂ ਨੂੰ ਬੰਦ ਕਰਦੇ ਕਮਰੇ 'ਚ। ਉਹ ਉਦੋਂ ਹੀ ਉਹ ਦੱਸ ਦਿੰਦੇ ਜੇ ਉਹ ਜੱਜ ਨਾ ਹੁੰਦੀ ਤਾਂ ਵੀ ਹਾਂਜੀ ਸਾਡੇ ਇੱਥੇ ਪਾਰਟੀ ਸੀਗੀ, ਇੱਥੋਂ ਇਹ ਪਿਓ ਧੀ ਦੋਨੋਂ ਗਏ ਸੀਗੇ। ਤਾਂ ਕੀ ਲੱਗਦਾ ਹੈ ਜਿਹੜੀ ਇੰਨੀ ਕਾਰਵਾਈ ਡਿਲੇ ਕੀਤੀ ਗਈ ਹੈ, ਇੰਨਾ ਕੇਸ ਲੰਬਾ ਖਿੱਚਿਆ ਗਿਆ ਹੈ, ਜਿਹੜਾ ਆਪਣੇ ਕਿਹਾ ਜਾਂਦਾ ਹੈ ਵੀ ਅਹੁਦਿਆਂ ਦਾ ਫਾਇਦਾ ਚੁੱਕਦੇ ਨੇ, ਭਾਵੇਂ ਕੋਈ ਵੀ ਡਿਪਾਰਟਮੈਂਟ ਹੋਵੇ, ਉਹਦਾ ਫਾਇਦਾ ਚੁੱਕਿਆ ਗਿਆ ਫਿਰ? ਬਿਲਕੁਲ। ਪਰ ਮੈਂ ਐਵੇਂ ਦੱਸਦੀ ਵੀ ਇਹਦੇ ਦਾਦਾ ਜੀ ਜੱਜ ਸੀ ਹਾਈ ਕੋਰਟ ਦੇ, ਠੀਕ ਹੈ ਨਾ। ਪਰ ਅਸੀਂ ਕਦੇ ਇਹੋ ਜਿਹਾ ਕੁਛ ਨਹੀਂ ਦੇਖਿਆ ਸੀ। ਡੈਡੀ ਕਦੇ ਕਿਸੇ ਦੇ ਕਦੋਂ ਮਠਿਆਈ ਦਾ ਡੱਬਾ ਨਹੀਂ ਰੱਖਦੇ ਸੀਗੇ। ਮੈਂ ਸੋਚਦੀ ਸੀ ਵੀ ਬਾਕੀ ਪੁਲਿਸ ਵਾਲੇ ਜਾਂ ਹੋਰ ਹੋ ਸਕਦੇ ਆ, ਵੀ ਜੱਜ ਇਹੋ ਜਿਹੇ ਨਹੀਂ ਹੋ ਸਕਦੇ। ਮੇਰੇ ਮਨ 'ਚ ਇਹੀ ਸੀਗਾ। ਨਹੀਂ ਤਾਂ ਜੇ ਉਦੋਂ ਸਾਨੂੰ ਪਤਾ ਹੁੰਦਾ ਵੀ ਇਹ ਇਹੋ ਜਿਹੇ ਆ, ਮੈਂ ਤਾਂ ਜਦੋਂ ਸਿੱਪੀ ਦੇ ਪਾਪਾ ਦੀ ਡੈਥ ਹੋ ਗਈ ਸੀ, ਇਹੋ ਜਿਹੀ ਫੈਮਿਲੀ ਨਾਲ ਅਸੀਂ ਰਿਸ਼ਤਾ ਰੱਖਣਾ ਹੀ ਨਹੀਂ ਸੀਗਾ। ਉਦੋਂ ਤਾਂ ਫਰੈਂਡਸ਼ਿਪ ਕਰਕੇ ਆਉਂਦੇ ਰਹੇ ਇਹ। ਉਸ ਤੋਂ ਬਾਅਦ ਹੈਰਾਨੀ ਇਹ ਹੈ, ਜਦੋਂ ਮੈਂ ਜਵਾਬ ਦੇਤਾ ਵੀ ਅਸੀਂ ਨਹੀਂ ਰਿਸ਼ਤਾ ਕਰਨਾ, ਸਬੀਨਾ ਆਈ ਹੈ ਮੇਰੇ ਘਰੇ ਪਹਿਲਾਂ, ਉਹਦੀ ਭਾਂਜੀ ਦਾ ਵਿਆਹ ਸੀ ਤੇ ਮੇਰੇ ਕੋਲ ਇਹ ਕਾਰਡ ਦੇਣ ਵਾਸਤੇ ਆਈ ਹੈ। ਚਲ ਮੈਂ ਕਿਹੜਾ ਉਦੋਂ ਪਤਾ ਹੁੰਦਾ, ਮੈਂ ਫੋਟੋ ਖਿੱਚ ਕੇ ਰੱਖ ਲੈਂਦੀ। ਇਹ ਥੋੜ੍ਹੀ ਪਤਾ ਸੀ ਅੱਗੋਂ ਸਾਨੂੰ ਇਹਨਾਂ ਦੀ ਪ੍ਰੂਫ ਦੀ ਲੋੜ ਪੈਣੀ ਹੈ ਜਾਂ ਕਿਵੇਂ ਆ। ਕੋਈ ਬਾਤ ਨਹੀਂ, ਰਿਸ਼ਤਾ ਨਹੀਂ ਹੋ ਸका ਨਾ ਆਂਟੀ ਤੋਂ ਮੈਂ ਫਿਰ ਵੀ ਹੂੰ ਸਿੱਪੀ ਕੀ। ਚਲੋ ਚੱਲ ਕਿਸੇ ਦਰਬਾਰ ਸਾਹਿਬ ਚੜੇ ਪਾਰੇ, ਕਿਸੇ ਨੂੰ ਮੰਨਣ ਤਾਂ ਕਿਸੇ ਗੁਰਦੁਆਰਾ ਸਾਹਿਬ ਚੜ੍ਹਨ। ਮੇਰਾ ਇੱਕੋ ਪੁੱਤ, ਮੈਂ ਇਹਦੀ ਸਹੁੰ ਖਾਂਦੀ ਹਾਂ। ਇਹਨੇ ਤਾਂ, ਮੈਂ ਦੱਸਦੀ ਹਾਂ ਵੀ ਇਹਨੇ ਮੈਨੂੰ ਇਹ ਆ ਕੇ ਫਿਰ ਅਸੀਂ ਦੁਬਾਰਾ ਆਉਣਾ, ਮੈਨੂੰ ਸਗੋਂ ਆਵੇ ਵੀ ਮੈਂ ਜਵਾਬ ਦੇਤਾ, ਇਹ ਮੈਨੂੰ ਫਿਰ ਵੀ ਆਪਣੀ ਭਾਂਜੀ ਦੇ ਵਿਆਹ ਵਾਸਤੇ ਕਾਰਡ ਦੇਣ ਆ ਗਏ, ਕਿੰਨੇ ਚੰਗੇ ਆ। ਮੈਂ ਤਾਂ ਇਹ ਸੋਚ ਰਹੀ ਸੀ, ਮੈਂ ਕਿਹਾ ਅਸੀਂ ਤਾਂ ਪਿੰਡਾਂ ਵਾਂਗੂ ਐਂ ਸੋਚ ਰਹੇ ਹਾਂ ਵੀ ਜਵਾਬ ਦੇਤਾ, ਮੈਂ ਤਾਂ ਇਹਨਾਂ ਨੂੰ ਫੇਸ ਹੀ ਨਹੀਂ ਕਰ ਸਕਦੀ। ਕੋਈ ਬਾਤ ਨਹੀਂ, ਮੈਂ ਆਂਟੀ ਨਹੀਂ, ਮਤਲਬ ਆਂਟੀ ਤਾਂ ਮੈਂ ਫਿਰ ਵੀ ਹੂੰ ਨਾ ਸਿੱਪੀ ਕੀ, ਬੜੀ ਆਂਟੀ ਬਣੀ ਹੈ। ਬਿਲਕੁਲ ਸਬੀਨਾ, ਜਸਟਿਸ ਸਬੀਨਾ ਦੀ ਪਲੈਨਿੰਗ, ਉਹਦੀ ਪਲੈਨਿੰਗ ਦੇ ਨਾਲ ਹੋਇਆ ਵੀ ਮੈਂ ਬੈਠੀ ਹਾਂ। ਪਹਿਲਾਂ ਤਾਂ ਇਹ ਵੀ ਕਿਸੇ ਕੋਲ ਹੱਥ ਨਹੀਂ ਪਾਉਣਾ ਵੀ ਇਹ CBI ਦੇ ਵਿੱਚ, ਉਹਨੂੰ ਇਹ ਨਹੀਂ ਪਤਾ ਸੀ ਵੀ ਡਾਇਰੈਕਟ CBI ਕੋਲੇ ਕੇਸ ਚਲਾ ਜਾਊਗਾ, ਇਹ ਮੰਗਣਗੇ ਕੋਰਟ ਵਿੱਚੋਂ, ਤੇ ਕੋਰਟ ਵਿੱਚ ਮੈਂ ਬੈਠੀ ਹਾਂ, CBI ਕੋਲੇ ਕੇਸ ਨਹੀਂ ਜਾਣ ਦੇਣਾ।
ਸਾਰਾ ਹੀ ਕਲੀਅਰ ਹੋ ਗਿਆ ਸੀਬੀਆਈ ਕੋਲੇ ਕੇਸ ਜਾਣ ਨਹੀਂ ਦੇਣਾਗਾ ਬਸ ਇਹ ਭੌਂਕ ਭੂੰਕ ਕੇ ਬੈਠ ਜੂਗੀ। ਪਰ ਹੁਣ ਇਹ ਆ ਮੈਂ ਸਾਰੇ ਰੱਬ ਵੀ ਹੈਗਾ, ਜੱਜ ਵੀ ਬਥੇਰੇ ਬਹੁਤ ਚੰਗੇ ਆ, ਸਾਡੀ ਆਪਣੀ ਫੈਮਿਲੀ ਜੱਜਾਂ ਦੀ ਹੈ, ਜੱਜ ਬਹੁਤ ਚੰਗੇ ਆ। ਮੈਂ ਇਹ ਕਹਿੰਦੀ ਆ ਵੀ ਜਦੋਂ ਤੱਕ ਮੈਨੂੰ ਨਿਆਂ ਨਹੀਂ ਮਿਲਦਾ ਮੈਂ ਸਿੱਪੀ ਨੂੰ ਜਾ ਕੇ ਮੂੰਹ ਦਿਖਾਉਣਾ। ਮੈਨੂੰ ਸਬੀਨਾ ਦੇ ਘਰ ਅੱਗੇ ਬੈਠ ਕੇ ਤੇਲ ਪਾ ਕੇ ਮੈਂ ਸੱਚੀ ਮੁੱਚੀ ਕਹਿ ਰਹੀ ਹਾਂ ਮੈਂ ਸੜ ਕੇ ਮਰ ਜੂੰਗੀ, ਪਰ ਮੈਂ ਨਿਆਂ ਲੈ ਕੇ ਰਹਿਣਾ। ਬਿਲਕੁਲ ਮੈਂ ਤੁਹਾਡੇ ਸਾਹਮਣੇ ਕਹਿੰਦੀ ਹਾਂ ਮੈਂ ਕਿ ਸਬੀਨਾ ਦੇ ਘਰ ਅੱਗੇ ਫਿਰ ਤਾਂ ਸਬੀਨਾ ਨੂੰ ਫੜਨਗੇ ਕਿ ਨਹੀਂ ਇਹ ਮੈਂ ਕਿਹਾ। ਬੱਚੇ ਤੁਸੀਂ ਸੋਚੋ ਸਭ ਦੇ ਬੱਚੇ ਆ, ਬੱਚੇ ਮਰਵਾਉਣ ਵਾਸਤੇ ਤਾਂ ਨਹੀਂ ਰੱਖੇ ਹੁੰਦੇ। ਤੁਹਾਡੇ ਬੱਚੇ ਨੂੰ ਕੋਈ ਇਹਦੀ ਕੁੜੀ ਨੂੰ ਇਹਦੇ ਮੁੰਡੇ ਨੂੰ ਕੋਈ ਗਾਲ ਕੱਢ ਜੇ, ਕਿਸੇ ਜੱਜ ਦੇ ਬੈਠੇ ਨੂੰ ਗਾਲ ਕੱਢ ਜੇ, ਉਹ ਕੀ ਕਰਨਗੇ? ਤੇ ਮੇਰਾ ਤਾਂ ਮੁੰਡਾ 4 ਗੋਲੀਆਂ ਮਾਰ ਕੇ ਮਾਰਿਆ ਉਹਨੇ। ਮੈਂ ਬੱਚੇ ਦਾ ਮੂੰਹ ਨਹੀਂ ਦੇਖਿਆ ਆਪਣੇ ਦਾ, ਮੈਂ ਆਪਣੇ ਬੇਟੇ ਦਾ। ਭਾਜੀ ਦੇਖੋ ਗੱਲ ਪਤਾ ਕੀ ਹੈ, ਦੇਖੋ ਮੈਂ ਚਲੋ ਲੀਗਲ ਪੁਆਇੰਟਸ ਤੇ ਗੱਲ ਕਰ ਰਿਹਾ, ਮਾਤਾ ਜੀ ਜਜ਼ਬਾਤੀ ਹੋ ਗਏ। ਸੀਬੀਆਈ ਨੇ ਬਹੁਤ ਵਧੀਆ ਕੰਮ ਕੀਤਾ ਜੀ। ਦੇਖੋ ਜਿਹੜੀ ਆਹ ਗੱਲ ਦੱਸ ਰਹੀ ਹੈ ਕਿ ਇਹਨਾਂ ਨੇ ਨਾ ਇਟ ਵਾਜ਼, ਮੈਂ ਤੁਹਾਨੂੰ ਬਰੀਫਲੀ ਕੇਸ ਦੀ ਜਿਹੜੀ ਗੱਲ ਦੱਸਾਂ, ਵਾਟ ਹੈਪਨਡ ਵਾਜ਼ ਸ਼ੀ ਵਾਂਟਡ ਟੂ ਮੈਰੀ ਮਾਈ ਬ੍ਰਦਰ ਨੂੰ ਮੇਰੀਆਂ ਇਹਦੀਆਂ ਕੋਈ ਆਬਜੈਕਸ਼ਨੇਬਲ ਪਿਕਚਰਸ ਮਿਲ ਜਾਂਦੀਆਂ। ਸ਼ੀ ਵਾਜ਼ ਇਨਵੋਲਵਡ ਵਿਦ ਹਰ ਮਟਰਨਲ ਅੰਕਲ, ਦਿਸ ਇਜ਼ ਔਨ ਰਿਕਾਰਡ, ਦਿਸ ਇਜ਼ ਇਨ ਦਾ ਚਾਰਜ ਸ਼ੀਟ। ਸ਼ੀ ਵਾਜ਼ ਇਨਵੋਲਵਡ ਵਿਦ ਹਰ ਮਟਰਨਲ ਅੰਕਲ। ਸਿੱਪੀ ਨੇ ਉਹ ਫੋਟੋਆਂ ਇਹਦੇ ਸਾਹਮਣੇ ਪਿਓ ਨੂੰ ਦਿਖਾ ਦਿੰਦਾ ਕਿ ਅੰਕਲ ਹਾਊ ਕੈਨ ਆਈ ਮੈਰੀ ਦਿਸ ਗਰਲ, ਸ਼ੀ ਇਜ਼ ਇਨਵੋਲਵਡ ਵਿਦ ਅਦਰ ਗਾਈਜ਼। ਸੋ ਇਹਨਾਂ ਦੇ ਮਨ 'ਚ ਦੈਟ ਵਾਜ਼ ਦ ਪੁਆਇੰਟ ਆਫ ਇਨਵੈਸਟੀਗੇਸ਼ਨ। ਮੋਟਿਵ ਹੈ, ਮੋਟਿਵ ਵੀ ਹੁੰਦਾ ਨਾ ਭਾਜੀ, ਮਰਡਰ ਕਿਉਂ ਕੀਤਾ, ਮੋਟਿਵ ਆ ਹੈ। ਉਸ ਤੋਂ ਬਾਅਦ ਭਾਜੀ ਇਹਨਾਂ ਨੇ ਐਲੀਬਾਈ ਲਈ, ਜਿਵੇਂ ਮਾਤਾ ਜੀ ਕਹਿ ਰਹੇ ਸੀਗੇ, ਇਹਨਾਂ ਨੇ ਕਹਿੰਦੇ ਕਿ ਉਸ ਟਾਈਮ ਮਰਡਰ ਵਾਲੇ ਦਿਨ 20 ਸਤੰਬਰ 2015 ਨੂੰ ਅਸੀਂ ਪਾਰਟੀ ਤੇ ਸੀਗੇ, ਬਰਥਡੇ ਪਾਰਟੀ। ਦੇਖੋ ਲੋਕਲ ਐਲੀਬਾਈ ਇਜ਼ ਨੋ ਐਲੀਬਾਈ, 5 ਮਿੰਟ ਦਾ ਰਾਹ ਹੈ ਉੱਥੇ। ਹੁਣ ਜੇ ਮੈਂ ਕੋਈ ਮਤਲਬ ਕਿ ਜਿਹੜੀ ਐਗਜ਼ੀਕਿਊਸ਼ਨ ਕੀਤੀ ਹੈ ਕਿ 5 ਮਿੰਟ ਦਾ ਰਸਤਾ ਹੈ ਉੱਥੋਂ, ਇਹਨਾਂ ਨੇ ਐਲੀਬਾਈ ਲਈ ਕਿ ਉਸ ਟਾਈਮ ਅਸੀਂ ਉੱਥੇ ਸੀਗੇ। ਉਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਜੀ ਕਿ ਲੋਕਲ ਐਲੀਬਾਈ ਇਜ਼ ਨੋ ਐਲੀਬਾਈ। ਐਂਡ ਸੀਬੀਆਈ ਨੇ ਭਾਜੀ ਇੰਨਾ ਵਧੀਆ ਕੰਮ ਕੀਤਾ ਹੈ, ਜੇ ਚਾਰਜ ਸ਼ੀਟ ਤੁਸੀਂ ਪੜ੍ਹੋਗੇ, 2 ਫਾਇਰ ਉਹ ਬੰਦੇ ਨੇ ਮਾਰੇ ਹੈ ਜਿਹੜਾ ਇਹਦੇ ਨਾਲ ਸੀਗਾ। ਸਾਨੂੰ ਤਾਂ ਭਾਜੀ ਅੰਦਰੋਂ ਪਤਾ ਹੈ, ਉਹ ਮੈਂ ਗੱਲਾਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਕਿ ਕਿਹੜਾ ਬੰਦਾ। 2 ਫਾਇਰ ਇਹਨੇ ਮਾਰੇ ਹੈ, ਸ਼ੀ ਵਾਜ਼ ਪ੍ਰੈਜ਼ੈਂਟ ਦੇਅਰ, ਆ ਪ੍ਰੋਪਰ ਐਵੀਡੈਂਸ ਹੈਗੀ ਹੈ। ਸੋ ਸੀਬੀਆਈ ਨੇ ਹੁਣ ਕੀਤੀ ਹੈ ਸਾਰੀ ਗੱਲ। ਬਾਕੀ ਜਿਹੜੀ ਦੂਜੀ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ, ਦੇਖੋ ਰੱਬ ਨੂੰ ਸਾਰਿਆਂ ਨੇ ਜਾਣ ਦੇਣੀ ਹੈ, ਅਸੀਂ ਵੀ ਦੇਣੀ ਹੈ। ਮੈਂ ਵੀ ਆਪਦੇ ਫਾਦਰ ਸਾਹਿਬ ਕੋਲੇ ਜਾਣਾ ਹੈ, ਬ੍ਰਦਰ ਕੋਲੇ ਜਾਣਾ ਹੈ, ਸਾਰਿਆਂ ਨੇ ਜਾਣਾ ਹੈ। ਇਹਨਾਂ ਆ ਜੇ ਚੀਫ ਜਸਟਿਸ ਹੈ ਕੁਛ ਵੀ ਨਹੀਂ ਹੈ, ਰੱਬ ਇਹਨਾਂ ਤੋਂ ਉੱਤੇ ਬੈਠਾ ਹੈ ਉੱਤੇ, ਤੇ ਅਸੀਂ ਇਨਸਾਫ ਲੈ ਕੇ ਰਵਾਂਗੇ। ਐਂਡ ਲੀਗਲੀ ਵੀ ਵਿਲ ਫਾਈਟ ਦਿਸ ਬੈਟਲ ਐਂਡ ਸੀ ਟੂ ਇਟ ਦੈਟ ਸ਼ੀ ਵਿਲ ਬੀ ਬਿਹਾਈਂਡ ਦ ਬਾਰਸ ਵੈਰੀ ਸੂਨ। ਬੇਟੇ ਪੁਲਿਸ ਵਾਲਿਆਂ ਨੇ ਵਿਚਾਰਿਆਂ ਨੂੰ ਆਪਾਂ ਕਹਿੰਦੇ ਜੱਜ ਦੇ ਸਾਹਮਣੇ ਪੁਲਿਸ ਵਾਲਿਆਂ ਦੀ ਕੀ ਹੈ, ਐਸਐਚਓ ਦਾ ਕੀ ਚੱਲੂਗਾ, ਤੁਸੀਂ ਆਪ ਸੋਚੋ। ਬਟ ਇਹਨਾਂ ਨੇ ਉਦੋਂ ਮੇਰੇ ਕੋਲੇ ਘਰੇ ਆ ਕੇ ਮੇਰਾ ਨਾਮ ਨਾ, ਸਾਡਾ ਨਾਮ ਨਾ ਲਿਓ ਆਂਟੀ। ਉਹਨਾਂ ਨੇ ਬਾਹਰ ਉੱਥੇ ਕੋਈ ਧੋਬੀ ਬੈਠਾ ਸੀਗਾ, ਜਿੱਥੋਂ ਇਹ ਪਿਓ ਧੀ ਦੋਨੋਂ ਬਾਹਰ ਨਿਕਲੇ, ਉੱਥੋਂ ਕਾਰ ਲੈ ਕੇ ਨਿਕਲੇ ਆ। ਪਤਾ ਤਾਂ ਸਾਨੂੰ ਸਾਰਾ, ਜੇ ਉੱਥੇ ਰਿਕਾਰਡ ਤੇ ਨਹੀਂ, ਸਾਰਾ ਨਹੀਂ, ਇਹਨਾਂ ਦੀ ਆਤਮਾ ਨੂੰ ਪਤਾ। ਇਹ ਦੋਨੋਂ ਪਿਓ ਧੀ 2 ਕਾਰਾਂ ਲੈ ਕੇ ਉੱਥੋਂ ਨਿਕਲੇ ਆ, ਅੱਗੜ ਪਿਛੜ ਗਏ ਆ। ਉੱਥੇ ਲੋਕਾਂ ਨੇ ਕਾਰਾਂ ਵੇਖੀਆਂ, ਉੱਥੋਂ ਦੀ ਵੀਡੀਓ ਦੇਖੀ ਆ ਲੋਕਾਂ ਨੇ, ਜਿਹੜੀ ਪੁਲਿਸ ਵਾਲੀ ਨੇ ਗਾਇਬ ਕਰ ਦਿੱਤੀ ਹੈ। 2 ਕਾਰਾਂ ਦੇ ਵਿੱਚ ਗਈ, ਉੱਥੇ ਇਹ ਲੋਕਾਂ ਨੇ ਦੇਖੀ ਹੈ। ਤੇ ਜਿਹੜੇ ਘਰੇ ਪਾਰਟੀ ਸੀ, ਉਹ ਸਬੀਨਾ ਦੀ ਮਾਸੀ ਦੀ ਪਾਰਟੀ ਹੈ, ਇਹਦੀ ਸਖੀ ਮਾਸੀ ਹੈਗੀ, ਉਹਦੇ ਘਰ ਪਾਰਟੀ ਆ। ਇਹਦੀ ਮਾਸੀ ਦੀ ਆਤਮਾ ਨੂੰ ਵੀ ਪਤਾ ਵੀ ਇੱਥੋਂ ਇਹ ਅੱਧਾ ਘੰਟਾ ਵਾਸਤੇ ਗਈ ਆ। ਸਿੱਪੀ ਉਦੋਂ ਸਿੱਪੀ ਮੈਨੂੰ ਕਹਿ ਕੇ ਗਿਆ ਵੀ ਮਾਮਾ ਕਲਿਆਣੀ ਕੋਲੇ, ਕਲਿਆਣੀ ਨੇ ਮੈਨੂੰ ਬੁਲਾਇਆ। ਅੱਛਾ, 1 ਦਿਨ ਪਹਿਲਾਂ ਵੀ ਉਸੇ ਪਾਰਕ 'ਚ ਬੁਲਾਇਆ ਸੀ, ਕਿਉਂਕਿ ਉਹ ਪੱਕਾ ਕਰਦੀ ਸੀ ਵੀ ਇਹ ਆਊਗਾ ਤਾਂ ਹੀ ਪਿਓ ਨੂੰ ਜਾਂ ਲੈ ਕੇ ਆਵਾਂ। ਵੈਸੇ ਮੈਂ ਅੱਜ ਪਹਿਲੀ ਵਾਰੀ ਇੱਥੇ ਕਹਿ ਰਹੀ ਹਾਂ, ਮੈਨੂੰ 100% ਲੱਗਦਾ ਵੀ ਉਹਦਾ ਬਾਪ ਜੀ ਨੇ ਗੋਲੀ ਚਲਾਈ ਆ। ਪਤਾ ਨਹੀਂ, ਤਾਂ ਹੀ ਤਾਂ ਮੈਂ ਹੁਣ ਕਿਹਦੇ ਨਾਲ, ਜਦ ਪੁਲਿਸ ਵਾਲਿਆਂ ਨੂੰ ਪਤਾ, ਕਿਉਂਕਿ ਜਦੋਂ ਉੱਥੋਂ ਦੋਨੋਂ ਪਿਓ, ਲੱਗਦਾ ਵੀ ਦੋਹੇ ਕਲਿਆਣੀ ਤੇ ਉਹਦੇ ਪਿਓ ਨੇ, ਦੋਹਾਂ ਨੇ ਰਲ ਕੇ ਮਾਰਿਆ। ਜਦੋਂ ਪਿਓ ਇੱਥੇ ਐਡਾ ਤਾਂ ਗਰਮ ਹੋ ਕੇ ਗਿਆ, ਲੜ ਕੇ ਗਿਆ, ਪਿਓ ਬੋਲ ਕੇ ਗਿਆ। ਬਿਲਕੁਲ ਇਹਦਾ ਬਾਪ ਆ। ਸੀਬੀਆਈ ਵਾਲਿਆਂ ਨੇ ਚਲੋ ਨਹੀਂ, ਮੈਂ ਹੁਣ ਕਿਹਦੇ ਨਾਲ ਲੜਾਂ, ਜਿੰਨਾ ਜੇ ਉਹਨਾਂ ਨੇ, ਇਹ ਤਾਂ ਹੈ ਹੀ ਹੈ, ਇਹ ਕਿਉਂ ਮੰਨੂਗੀ? ਉਹਨੇ ਪਿਓ ਨੇ ਪੈਰੀਂ ਹੱਥ, ਜਦੋਂ ਮੇਰੇ ਪੈਰਾਂ 'ਚ ਉਹ ਸਿੱਟ ਰਿਹਾ ਸੀ, ਮੇਰੇ ਪੈਰੀਂ ਹੱਥ ਲਾ ਰਿਹਾ ਸੀ, ਧੀਰੇ ਤਾਂ ਕਹਿਤਾ ਹੋਣਾ ਵੀ ਭਾਈ ਜੇ ਤੂੰ ਮੰਨ ਗਈ ਕੁੜੀਏ, ਆਪਣਾ ਘਰ ਪੱਟਿਆ ਜਾਊਗਾ, ਵੀ ਤੂੰ ਤਾਂ ਹੈ ਮੈਂ। ਪਤਾ ਤਾਂ ਹੁਣ ਸਾਰਾ ਹੀ ਆ, ਘਰ ਵਾਲਿਆਂ ਨੂੰ ਪਤਾ, ਜਿੱਥੋਂ ਗਏ ਆ ਉਹਨਾਂ ਨੂੰ ਪਤਾ। ਪਰ ਉਹ ਸਬੀਨਾ ਦੀ ਮਾਸੀ ਆ, ਮਾਸੀ ਦਾ ਮੁੰਡਾ, ਮਾਸੀ ਦੀ ਨੂੰਹ ਆ। ਜੇ ਕੋਈ ਆਮ ਬੰਦਾ ਹੁੰਦਾ ਨਾ, ਉਹ ਸਾਰੇ ਫੜੇ ਹੁੰਦੇ, ਕੁੱਟੇ ਹੁੰਦੇ। ਆਪਣੇ ਮਲੋਟ ਵੱਲ, ਪਿੰਡਾਂ ਵੱਲ, ਸਾਡੇ ਲੰਬੀ ਥਾਣੇ 'ਚ ਮੈਨੂੰ ਪਤਾ ਪੁਲਿਸ ਵਾਲੇ ਕਿਵੇਂ ਕਰਦੇ ਸੀ। ਬੁੜੀਆਂ ਨੂੰ ਫੜ ਲਿਆ ਜੀ, ਉਹਨਾਂ ਨੂੰ ਜਿਵੇਂ ਤੁਹਾਨੂੰ ਪਤਾ ਕੁੱਟ ਕੇ ਮਾਰ ਕੇ 10 ਮਿੰਟ ਨਹੀਂ ਲਾਉਂਦੇ ਮੰਨਣ ਲੱਗੇ। ਤੇ ਇਹਦੇ ਘਰੇ ਪੁਲਿਸ ਗਈ ਨਹੀਂ, ਇੱਕ ਵਾਰੀ ਪੁੱਛ ਗਿੱਛ ਕਰਨ ਵੀ ਨਹੀਂ ਗਈ। ਜਦੋਂ ਇਹਨੂੰ ਥਾਣੇ 'ਚ ਬੁਲਾ ਕੇ ਪੁੱਛਿਆ ਨਾ, ਤਾਂ ਇਹ ਕਿਤੇ ਇਹ ਬੁਲਾ ਕੇ ਕਿਸੇ ਰੈਸਟ ਹਾਊਸ ਬੁਲਾਈ ਸੀਗੀ ਸ਼ਾਇਦ, ਉੱਥੇ ਪੁੱਛ ਗਿੱਛ ਹੋਈ ਹੈ। ਤੇ ਕਿਤੇ ਜਿੱਥੇ ਜਿਵੇਂ ਆਮ ਹੁੰਦੀ ਹੈ ਲੋਕਾਂ ਦੀ, ਨਹੀਂ ਹੋਈ। ਸਾਰਾ ਇਹਨੂੰ ਪਤਾ ਸੀਗਾ ਵੀ ਕੀ ਪੁੱਛਣਾ ਤੇ ਕੀ ਆਨਸਰ ਦੇਣਾ।
ਤਾਂ ਬਾਈ ਜੀ ਤੁਸੀਂ ਕਹਿ ਰਹੇ ਸੀਗੇ 13 ਨੂੰ ਅਗਲੀ ਤਰੀਕ ਪਾਈ ਗਈ ਆ, ਤਾਂ ਕੀ ਲੱਗਦਾ ਉਸ ਤਰੀਕ ਦੇ ਵਿੱਚ ਕੀ ਕੁਝ ਰਹਿਣ ਵਾਲਾ? ਭਾਜੀ ਉਹ ਤਾਂ ਸੁਪਰੀਮ ਕੋਰਟ ਹੈ ਜੀ। ਹਾਂਜੀ ਹਾਂਜੀ, ਉਹ ਜੀ ਜਿਹੜੇ ਜੱਜ ਸਾਹਿਬ ਹੈ ਉੱਥੇ ਦੇਵਰ ਟੂ ਜੱਜਸ, ਸੋ ਉਹਨਾਂ ਨੇ 13 ਤਰੀਕ ਪਾਤੀ ਹੈ। ਉਹਨਾਂ ਨੇ ਆਹੀ ਆਖੀ ਹੈ ਗੱਲ ਕਿ ਪਿਛਲੇ ਜਿਹੜੇ ਜੱਜ ਸਾਹਿਬ ਸੀਗੇ ਇੱਥੇ ਹਾਈ ਕੋਰਟ ਦੇ, ਉਹ ਵੀ ਰਿਫਰੇਨ ਕਰ ਗਏ ਸੀਗੇ ਸੁਣਨ ਨੂੰ। ਸੋ ਉਹਨਾਂ ਨੂੰ ਵੀ ਦੇਖੋ ਆ ਹਾਈ ਪ੍ਰੋਫਾਈਲ ਕੇਸ ਹੈ, ਬਿਕੋਜ਼ ਚੀਫ ਜਸਟਿਸ ਦੀ ਕੁੜੀ ਇਨਵੋਲਡ ਹੈ, ਤੇ ਉਹਨਾਂ ਨੇ ਵੀ ਆਹੀ ਆਖਿਆ ਸਾਨੂੰ, ਸਾਡੇ ਕੌਂਸਲ ਨੂੰ ਆਖਿਆ ਕਿ ਸਾਨੂੰ ਕੰਪਲੇਨੈਂਟਸ ਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਹੈ ਸੁਣਨ ਦਿਓ। ਅਸੀਂ ਹੁਣ ਆਪਦੇ ਕੌਂਸਲ ਨਾਲ ਸਲਾਹ ਕਰਾਂਗੇ ਜੀ, ਦੱਸਾਂਗੇ ਉਹਨਾਂ ਨੂੰ ਕਿ ਸਾਨੂੰ ਆਬਜੈਕਸ਼ਨ ਹੈਗੀ ਹੈ ਕਿ ਨਹੀਂ। ਤੇ ਬਿਕੋਜ਼ ਉਹ ਜੱਜ ਸਾਹਿਬ ਬੜੇ ਵਧੀਆ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਦੇ, ਵਾਟ ਹੀ ਮੈਂਸ਼ਨਡ ਵਾਸ ਕਿ ਰੀਸੈਂਟਲੀ ਹੀ ਵੈਂਟ ਟੂ ਸ਼ਿਮਲਾ ਫॉर ਸਮ ਕਾਨਫਰੰਸ, ਸੋ ਉੱਥੇ ਸ਼ੀ ਵਾਸ ਪ੍ਰੈਜ਼ੈਂਟ ਦੇਅਰ। ਸੋ ਹੀ ਵਾਸ ਸੇਇੰਗ ਦੈਟ ਹੀ ਡੋਂਟ ਨੋ ਹਰ ਪਰਸਨਲੀ, ਬਟ ਰੈਪੋ ਤਾਂ ਹੈਗੀ ਹੈ। ਸੋ ਕਹਿੰਦੇ ਕਿ ਕੱਲ੍ਹ ਨੂੰ ਕੋਈ 19-21 ਹੋ ਜਾਂਦੀ ਹੈ, ਕੋਈ ਬਲੇਮ ਆਉਂਦਾ, ਦੈਟਸ ਵਾਈ ਦੇ ਹੈਵ ਆਸਕਡ ਕਿ ਕੋਈ ਆਬਜੈਕਸ਼ਨ ਤਾਂ ਨਹੀਂ ਹੈ। ਤੇ ਬਾਕੀ ਭਾਜੀ ਮੈਂ ਤੁਹਾਡੇ ਚੈਨਲ ਥਰੂ ਕਹਿਣਾ ਚਾਹੁੰਦਾ, ਬਹੁਤ ਹੈ ਉਹ ਤਾਂ ਸਿੱਪੀ ਨੂੰ ਵੀ ਉਹ ਮਰਵਾ ਸਕਦੀ ਹੈ। ਜਿਨ੍ਹਾਂ ਨੇ ਸਿੱਪੀ ਦਾ ਹੀ ਕਰਤਾ, ਸਿੱਪੀ ਤਾਂ ਇੰਨਾ ਕਲੋਜ਼ ਸੀਗਾ ਉਹਨਾਂ ਦੀ ਫੈਮਿਲੀ। ਸਿੱਪੀ ਦਾ ਜੇ ਉਹਨਾਂ ਦੇ ਘੱਟ ਆਉਂਦਾ ਜਾਂਦਾ ਘਰ, ਸਿੱਪੀ ਦੀਆਂ ਤਾਂ ਤੁਸੀਂ ਫੋਟੋਆਂ ਦੇਖ ਲਓ ਪੁਰਾਣੀਆਂ, ਉਹਨਾਂ ਦੇ ਘਰ ਆਉਣ ਜਾਣ ਸੀ ਸਾਰਾ ਕੁਛ। ਤੇ ਜ਼ਿੱਪੀ ਨੂੰ ਕਿਸੇ ਟਾਈਮ ਮੈਨੂੰ ਤੇ ਜ਼ਿੱਪੀ ਨੂੰ ਇੰਨਾ, ਪਰ ਮੈਂ ਉਹਨਾਂ ਨੂੰ ਪਤਾ ਵੀ ਮੈਂ ਇਹਨੂੰ ਤਾਂ ਕੀ ਮਾਰ ਕੇ ਲੈਣਾ। ਹੁਣ ਜੇ ਜ਼ਿੱਪੀ ਨੂੰ ਕੁਛ ਹੋ ਜਾਂਦਾ ਨਾ, ਇਹਦੀ ਪੂਰੀ ਜਸਟਿਸ ਸਬੀਨਾ ਜ਼ਿੰਮੇਵਾਰ ਆ। ਉਹਦਾ ਬ੍ਰਦਰ ਹੈਗਾ, ਮੈਨੂੰ ਉਹਦੇ ਤੇ ਪੂਰਾ ਹੈਗਾ ਵੀ ਉਹਦੇ ਆਪਣੀ ਭੈਣ ਦੇ ਨਾਲ ਲੱਗਦਾ ਵੀ ਤੁਹਾਡੇ ਤੇ ਹਮਲਾ ਕਰਾ ਸਕਦੇ ਨੇ? ਬਿਲਕੁਲ ਮੇਰੇ ਤੇ ਨਹੀਂ, ਜ਼ਿੱਪੀ ਦਾ ਚਾਹੇ ਐਕਸੀਡੈਂਟ 'ਚ ਜ਼ਿੱਪੀ ਦੀ ਡੈਥ ਹੁੰਦੀ ਹੈ, ਚਾਹੇ ਜ਼ਿੱਪੀ ਨੂੰ ਕੋਈ ਕਿਸੇ ਟਾਈਮ ਮਾਰ ਜਾਂਦਾ, ਕੁਝ ਵੀ ਹੁੰਦਾ ਅਨਨੈਚੁਰਲ, ਇਹਦੀ ਡੈਥ ਹੁੰਦੀ ਹੈ ਨਾ, ਇਹਦੀ ਜ਼ਿੰਮੇਵਾਰ ਜਸਟਿਸ ਸਬੀਨਾ ਤੇ ਉਹਦੀ ਪੂਰੀ ਫੈਮਿਲੀ ਹੈ। ਭਾਜੀ ਦੇਖੋ, ਆਪਾਂ ਲੀਗਲੀ ਗੱਲ ਕਰੀਏ, CBI ਨੇ ਚਲਾਨ ਪੇਸ਼ ਕਰਤਾ ਐਂਡ ਇਟ ਇਜ਼ ਸੱਚ ਅ ਸਟਰੋਂਗ ਚਲਾਨ। ਦੇਖੋ 302 ਦਾ ਮਾਮਲਾ ਪੂਰਾ, 302 ਲਾਤੀ, 120B ਐਂਡ ਸ਼ੀ ਫਾਇਰਡ ਦ 2 ਗਨ ਸ਼ਾਟਸ। ਹੁਣ ਦੇਖੋ ਸਾਨੂੰ ਬਸ ਤੁਹਾਡੇ, ਮੈਂ ਸਾਰੇ ਹੱਥ ਬੰਨ੍ਹ ਕੇ ਤੁਹਾਡੇ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ, ਤੇ ਜਿੰਨੇ ਐਡਵੋਕੇਟਸ ਹੈ ਐਂਡ ਜਿੰਨੇ ਲੋਅਰ ਜੁਡੀਸ਼ਰੀ ਦੇ ਜੱਜ ਸਾਹਿਬ ਹੈਗੇ ਆ, ਹਾਇਰ ਜੁਡੀਸ਼ਰੀ ਦੇ ਹੈ, ਕਿ ਸਾਨੂੰ ਪਲੀਜ਼ ਇਨਸਾਫ ਦਿਵਾਓ। ਐਂਡ ਦੂਜੀ ਗੱਲ, ਜਿਵੇਂ ਮਾਤਾ ਜੀ ਨੇ ਆਖੀ ਹੈ, ਅਸੀਂ ਆਲਰੇਡੀ ਮਿਲ ਕੇ ਆਏ ਹਾਂ ਜੀ, ਉੱਤੇ ਸਾਰਿਆਂ ਨੂੰ ਮਿਲ ਕੇ ਆਏ ਹਾਂ। ਅਸੀਂ ਲਾਅ ਮਿਨਿਸਟਰ ਸਾਹਿਬ ਨੂੰ ਵੀ ਮਿਲ ਕੇ ਆਏ ਸੀਗੇ, ਅਮਿਤ ਸ਼ਾਹ ਜੀ ਕੋਲੇ ਵੀ ਜਾ ਕੇ ਆਏ ਸੀਗੇ। ਅਸੀਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਕਿ ਸਾਨੂੰ ਜੇ ਕੁਝ ਵੀ ਹੁੰਦਾ, ਮੈਂ ਫਿਰ ਮੀਡੀਆ ਦੇ ਥਰੂ ਕਹਿਣਾ ਚਾਹੁੰਦਾ ਕਿ ਇਫ ਐਨੀਥਿੰਗ ਹੈਪਨਸ ਟੂ ਮੀ, ਮਾਈ ਮਦਰ, ਦੈਨ ਜਸਟਿਸ ਸਬੀਨਾ, her family, her daughter Kalyani, her husband advocate Parminder Singh, all her brother Vikas Singh, all will be responsible for this. And ਦੂਜੀ ਗੱਲ, ਅਸੀਂ ਦੇਖੋ ਭਾਜੀ, ਜਿਵੇਂ ਮਾਤਾ ਜੀ ਕਹਿ ਰਹੇ ਹੈ ਕਿ ਇਨਸਾਫ ਤਾਂ ਅਸੀਂ ਲੈ ਕੇ ਰਵਾਂਗੇ। ਕੋਈ ਇੱਥੇ ਆਏ ਨਹੀਂ, ਧਮਕਾ ਨਹੀਂ ਰਿਹਾ ਕਿਸੇ ਨੂੰ ਲੀਗਲੀ, ਬਿਕੋਜ਼ ਅਸੀਂ ਮੈਂ ਖੁਦ ਐਡਵੋਕੇਟ ਹਾਂ। ਲੀਗਲੀ ਵੀ ਵਿਲ ਫਾਈਟ ਦ ਬੈਟਲ ਐਂਡ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਹੈ। ਅਸੀਂ ਇਨਸਾਫ ਤਾਂ, ਮੈਂ ਵੀ ਆਪਦੇ ਫਾਦਰ ਸਾਹਿਬ ਨੂੰ ਮਿਲਣਾ ਜਾ ਕੇ, ਇਨਸਾਫ ਤਾਂ ਅਸੀਂ ਲੈ ਕੇ ਰਵਾਂਗੇ। ਐਂਡ ਮੈਂ ਹੱਥ ਜੋੜ ਕੇ ਬੇਨਤੀ ਦੁਬਾਰਾ, ਪਲੀਜ਼ ਡੂ ਸਟੈਂਡ ਬਾਈ ਅਸ ਇਨ ਗੈਟਿੰਗ ਜਸਟਿਸ। ਬੇਜ਼ੁਬਾਨਾ ਕੋਈ ਪਸ਼ੂ, ਪੰਛੀ, ਚਿੜੀ, ਕਾਂ, ਉਹਦੇ ਕਿਸੇ ਬੱਚੇ ਨੂੰ ਛੇੜ ਕੇ ਦੇਖ ਲਓ। ਮਾਂ ਫਿਰ ਮਿਹਨਤ ਕਰਦੀ ਹੈ, ਮੈਂ ਤਾਂ ਫਿਰ ਆਫਟਰ ਆਲ ਹਿਊਮਨ ਬੀਇੰਗ ਹਾਂ। ਤੇ ਮੈਂ ਕਿਵੇਂ ਮੇਰੇ ਬੇਟੇ ਨੂੰ ਮਾਰਿਆ, ਮੈਨੂੰ ਪਤਾ ਕਿੰਨਾ ਨੇ ਮਾਰਿਆ, ਫਿਰ ਮੈਂ ਕਿਵੇਂ ਚੁੱਪ ਬਹਿ ਜਾ। ਮੈਂ ਤਾਂ, ਮੇਰਾ ਤਾਂ ਲਾਸਟ ਇਹ ਹੈ, ਜਦੋਂ ਤੱਕ 8 ਸਾਲ ਹੋ ਗਏ ਫਾਈਟ ਕਰਦੀ ਨੂੰ ਮੈਨੂੰ। ਮੈਂ ਸੱਚੀ ਮੁੱਚੀ ਕਹਿ ਰਹੀ ਹਾਂ, ਮੈਂ ਤਾਂ ਸਬੀਨਾ ਦੇ ਘਰ ਅੱਗੇ, ਉਹਨੇ 2 ਮਹੀਨਿਆਂ ਨੂੰ ਆ ਜਾਣਾ, ਅਤੇ ਮੈਂ ਉੱਥੇ ਲਾ ਕੇ ਨਾ ਟੈਂਟ ਲਾ ਕੇ ਬਹਿ ਜਾਣਾ ਜਦੋਂ ਤੱਕ ਉਹਦੀ ਕੁੜੀ ਨੂੰ ਸਜ਼ਾ ਨਹੀਂ ਮਿਲਦੀ, ਅਤੇ ਜਾਂ ਮੇਰੀ ਉੱਥੋਂ ਲਾਸ਼ ਉੱਠੂਗੀ। ਤਾਂ ਇਹ ਸੀ ਸਿੱਪੀ ਸਿੱਧੂ ਦੇ ਭਰਾ ਤੇ ਉਹਨਾਂ ਦੇ ਮਦਰ, ਜਿਹੜੇ ਕਹਿੰਦੇ ਅਸੀਂ ਜਸਟਿਸ ਸਬੀਨਾ ਦੇ ਘਰ ਦੇ ਬਾਹਰ ਟੈਂਟ ਲਾ ਕੇ ਬਹਿ ਜਾਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ। ਤੇ ਦੂਜੀ ਗੱਲ ਇਹਨਾਂ ਨੇ ਕਹੀ ਹੈ ਕਿ ਸਾਨੂੰ ਖਦਸ਼ਾ ਹੈ ਕਿਤੇ ਨਾ ਕਿਤੇ ਸਾਡਾ ਵੀ ਮਰਡਰ ਕਰਵਾਇਆ ਜਾ ਸਕਦਾ, ਸਾਡੇ ਤੇ ਵੀ ਹਮਲਾ ਕਰਵਾਇਆ ਜਾ ਸਕਦਾ। ਜੇਕਰ ਕੋਈ ਸਾਡੇ ਤੇ ਹਮਲਾ ਹੁੰਦਾ ਤੇ ਉਸ ਦੇ ਸਿੱਧੇ ਦੋਸ਼ੀ ਜਸਟਿਸ ਸਬੀਨਾ ਤੇ ਉਹਨਾਂ ਦੇ ਘਰ ਵਾਲੇ ਹੋਣਗੇ। ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਮੈਂ ਰਾਜਵੀਰ ਸਿੰਘ, ਪ੍ਰੋ ਪੰਜਾਬ TV, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ।